ਤਕਰੀਬਨ ਇੱਕ ਹਫ਼ਤਾ ਪਹਿਲੇ ਅਸੀਂ ਇਸੇ ਹਾਲ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਔਰ ਉਹਦੇ ਵਿੱਚ ਦੱਸਿਆ ਸੀ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਔਰ ਦਿੱਲੀ ਦੇ ਲੋਕ ਆਪਸ ਵਿੱਚ ਮਿਲ ਕੇ ਸੰਗਤਾਂ ਨੂੰ ਗੁੰਮਰਾਹ ਕਰਨ ਦੀ ਗੱਲ ਕਰ ਰਹੇ ਹੈ ਔਰ ਇਹ ਰਲੇਵਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਔਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦਾ ਆਪਸ ਵਿੱਚ ਹੋਣ ਜਾ ਰਿਹਾ ਹੈ। ਉਹਦੇ ਪਿੱਛੇ ਕੀ ਮਨਸੂਬੇ ਨੇ, ਕੀ ਉਹਨਾਂ ਦੀਆਂ ਡੀਲਾਂ ਨੇ, ਸਾਰੀਆਂ ਜਨਤਕ ਕੀਤੀਆਂ ਸੀ ਔਰ ਅੱਜ ਉਹ ਗੱਲ ਬਿਲਕੁਲ ਸਪਸ਼ਟ ਹੋਈ ਸੰਗਤਾਂ ਦੇ ਸਾਹਮਣੇ ਕਿ ਕੱਲ ਕਿਸ ਤਰੀਕੇ ਦੇ ਨਾਲ ਪੰਥਕ ਇਕੱਠ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ, ਪੰਥਕ ਮੇਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਹੜਾ ਸਪਸ਼ਟ ਸਾਰੀ ਦੁਨੀਆ ਨੇ ਦੇਖਿਆ ਕਿ ਦੋ ਪਰਿਵਾਰਾਂ ਦਾ ਆਪਸ ਵਿੱਚ ਮਿਲਣ ਹੋਇਆ। ਦੋ ਪਰਿਵਾਰ, ਭਾਵੇਂ ਉਹ ਸਰਨਾ ਸਾਹਿਬ ਦਾ ਹੋਵੇ ਤੇ ਭਾਵੇਂ ਉਹ ਬਾਦਲ ਸਾਹਿਬ ਦਾ ਹੋਵੇ, ਇਸ ਪਰਿਵਾਰਾਂ ਦੇ ਮੇਲ ਨੂੰ ਇੱਕ ਪੰਥਕ ਕਨਵੈਨਸ਼ਨ ਦੇਣ ਦਾ ਰੂਪ ਦਿੱਤਾ ਗਿਆ। ਪੰਥਕ ਇਕੱਤਰਤਾ ਦੇ ਨਾਮ ਦੇ ਉੱਤੇ ਇਹ ਇਕੱਠ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਉਹ ਪਰਿਵਾਰ ਜਿਹੜੇ ਆਪਸ ਵਿੱਚ ਇੱਕ ਦੂਜੇ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ, ਬਾਦਲ ਦਲ ਜਿਹੜਾ ਉਹ ਸਰਨਾ ਸਾਹਿਬ ਦੇ ਫੈਕਟਰੀਆਂ ਜਿਹੜੀਆਂ ਪਰਿਵਾਰ ਦੀਆਂ ਜਿਨ੍ਹਾਂ ਦੇ ਵਿੱਚ ਸ਼ਰਾਬਬੰਦੀ ਹੈ, ਉਹਨਾਂ ਦੇ ਵਿੱਚ ਜਿੱਥੇ ਉਹਨਾਂ ਨੂੰ ਬੰਦ ਕਰਾਉਣ ਵਾਸਤੇ ਸਮੁੱਚਾ ਅਕਾਲੀ ਦਲ ਲੈ ਕੇ ਧਰਨੇ ਦਿੰਦੇ ਰਹੇ ਆ ਔਰ ਸਰਨਾ ਸਾਹਿਬ ਦਿੱਲੀ ਦੇ ਵਿੱਚ ਬੈਠੇ ਹੋਏ ਬਾਦਲ ਪਰਿਵਾਰ ਨੂੰ ਕਿਸ ਤਰੀਕੇ ਦੇ ਨਾਲ ਨਸ਼ੇ ਦਾ ਵਪਾਰੀ ਕਹਿੰਦੇ ਰਹੇ ਆ। ਅੱਜ ਤੁਹਾਡੇ ਸਾਹਮਣੇ ਕਿ ਦੋਨੋਂ ਇੱਕ ਦੂਜੇ ਦੇ ਪਰਦੇ ਢੱਕਣ ਵਸੇ ਇਸ ਗੱਲ ਦੇ ਉੱਤੇ ਇਕੱਠੇ ਹੋਏ ਆ ਕਿ ਨਾ ਤੂੰ ਸਾਡੇ ਬਾਰੇ ਗੱਲ ਕਰੀ ਔਰ ਨਾ ਅਸੀਂ ਤੇਰੇ ਬਾਰੇ ਗੱਲ ਕਰਾਂਗੇ। ਪੰਥ ਦੇ ਨਾਮ ਦੇ ਉੱਤੇ ਉਹਨੇ ਇਕੱਤਰਤਾ ਜ਼ਰੂਰ ਕੀਤੀ ਹੈ, ਮਗਰ ਦਿਲ ਦੇ ਬਲਬਲੇ ਜਿੱਥੇ ਉਹ ਕੱਢਦੇ ਰਹੇ ਆ, ਨਾਲ ਹੀ ਉਹਨਾਂ ਨੇ ਇੱਕ ਦੂਜੇ ਦੇ ਉੱਤੇ ਇਸ ਗੱਲ ਦੇ ਉੱਤੇ ਭਰੋਸਾ ਦਿਵਾਇਆ ਕਿ ਸਰਦਾਰ ਪਰਮਜੀਤ ਸਿੰਘ ਸਰਨਾ ਹੁਣ ਦਿੱਲੀ ਦੀ ਕਮਾਂਡ ਸੰਭਾਲਣਗੇ। ਮੈਂ ਇਹ ਗੱਲ ਪੁੱਛਣਾ ਚਾਹੁੰਦਾ, ਬਾਦਲ ਸਾਹਿਬ ਜਵਾਬ ਦੇ ਦੇਣ, ਸਰਨਾ ਸਾਹਿਬ ਜਵਾਬ ਦੇ ਦੇਣ ਕਿ ਜਿਹੜੇ ਮੁੱਦਿਆਂ ਦੇ ਉੱਤੇ ਕੌਮ ਨੂੰ ਤੁਸੀਂ ਲੜਾਉਂਦੇ ਰਹੇ ਹੋ, ਸਰਨਾ ਸਾਹਿਬ ਦਿੱਲੀ ਦੇ ਵਿੱਚ ਦੋ ਗੁਰਪੁਰਬ, ਦੋ ਸੰਗਰਾਂਦਾਂ ਅਕਾਲ ਤਖਤ ਸਾਹਿਬ ਤੋਂ ਬਿਲਕੁਲ ਉਲਟ ਚੱਲ ਕੇ ਉਹਨਾਂ ਨੇ ਇਹ ਮਨਾਈ ਆ। ਅੱਜ ਸਰਨਾ ਸਾਹਿਬ ਇਸ ਗੱਲ ਦਾ ਜਵਾਬ ਸੰਗਤ ਨੂੰ ਦੇਣ ਕਿ ਅੱਜ ਉਹ ਪਾਲ ਸਿੰਘ ਪੁਰੇਵਾਲ ਵੱਲੋਂ ਬਣਾਏ ਗਿਆ ਉਸ ਕੈਲੰਡਰ ਦੇ ਨਾਲ ਚੱਲਣਗੇ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਕੀਤੇ ਜਾਂਦੇ ਉਸ ਕੈਲੰਡਰ ਦੇ ਉੱਤੇ ਚੱਲਣਗੇ। ਇਹ ਸੰਗਤ ਇਹਨਾਂ ਤੋਂ ਜਵਾਬ ਮੰਗ ਰਹੀ ਹੈ। ਔਰ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸਰਦਾਰ ਪਰਮਜੀਤ ਸਿੰਘ ਸਰਨਾ, ਸਰਦਾਰ ਹਰਿੰਦਰ ਸਿੰਘ ਸਰਨਾ, ਇਹਨਾਂ ਦੇ ਕੋਲੋਂ ਵਿਸ਼ੇਸ਼ ਤੌਰ ਦੇ ਉੱਤੇ ਇਹਨਾਂ ਸਵਾਲਾਂ ਦਾ ਜਵਾਬ ਜ਼ਰੂਰ ਚਾਹਾਂ। ਸਭ ਤੋਂ ਪਹਿਲਾ ਸਵਾਲ ਹੈ ਕਿ ਸਰਨਾ ਸਾਹਿਬ ਨੇ ਕਿਹਾ ਕਿ ਮੈਂ ਅਕਾਲੀ ਦਲ ਦੇ ਵਿੱਚੋਂ ਨਿਕਲਿਆ ਨਹੀਂ ਸੀ, ਮੈਂ ਅਕਾਲੀ ਦਲ ਛੱਡਿਆ ਨਹੀਂ ਸੀ, ਮੈਨੂੰ ਅਕਾਲੀ ਦਲ ਦੇ ਵਿੱਚੋਂ ਕੱਢਿਆ ਗਿਆ। ਔਰ ਕੱਢਿਆ ਕਿਸ ਕਰਕੇ ਗਿਆ ਕਿ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਨੇ ਮੈਨੂੰ ਅਕਾਲੀ ਦਲ ਦੇ ਵਿੱਚੋਂ ਕਢਾਇਆ। ਹੁਣ ਮੈਂ ਸਰਨਾ ਸਾਹਿਬ ਤੁਹਾਨੂੰ ਇਹ ਸਵਾਲ ਕਰਨਾ ਚਾਹੁੰਦਾ ਹੈ ਕਿ 2017 ਦੀ ਜਦੋਂ ਪੰਜਾਬ ਦੇ ਵਿੱਚ ਇਲੈਕਸ਼ਨ ਹੋਈ, ਉਸ ਤੋਂ ਬਾਅਦ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਗਏ ਤੇ ਤੁਸੀਂ ਜੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਤੁਹਾਨੂੰ ਕਢਾਇਆ ਸੀ ਤੇ ਪਿਛਲੇ 5 ਸਾਲਾਂ ਦੇ ਵਿੱਚ ਤੁਸੀਂ ਕਿੱਥੇ ਸੀ। ਦੂਸਰੀ ਜਿਹੜੀ 328 ਸਰੂਪ ਦੀ ਜਿਹੜਾ ਕਿ ਤੁਸੀਂ ਪਿਛਲੇ ਲੰਬੇ ਸਮੇਂ ਤੋਂ ਸੰਗਤ ਦੇ ਵਿੱਚ ਬਹੁਤ ਵੱਡਾ ਤੁਸੀਂ ਇਲੈਕਸ਼ਨਾਂ ਦੇ ਟਾਈਮ ਦੇ ਉੱਤੇ ਵੀ ਪ੍ਰਚਾਰ ਕਰਦੇ ਰਹੇ, ਘਰ ਘਰ ਜਾ ਕੇ ਤੁਸੀਂ ਪ੍ਰਚਾਰ ਕੀਤਾ। ਬਾਦਲਾਂ ਨੇ 328 ਸਰੂਪਾਂ ਦੀ ਜਿਹੜੀ ਆ ਚੋਰੀ ਕਰਾ ਕੇ ਉਹਨਾਂ ਦੀ ਬੇਦਬੀ ਹੋਈ, ਬੜੇ ਵੱਡੇ ਮਸਲੇ ਤੁਸੀਂ ਬਣਾਏ। ਹੁਣ ਤੁਸੀਂ ਛੋਟੇ ਜਿਹੇ ਮੂੰਹ ਦੇ ਨਾਲ ਇੱਕ ਗੱਲ ਕਹਿ ਦਿੱਤੀ ਕਿ ਇਹ ਕਲੈਰੀਕਲ ਮਿਸਟੇਕ। ਤਕਰੀਬਨ ਇੱਕ ਹਫ਼ਤਾ ਪਹਿਲੇ ਅਸੀਂ ਇਸੇ ਹਾਲ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਔਰ ਉਹਦੇ ਵਿੱਚ ਦੱਸਿਆ ਸੀ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਔਰ ਦਿੱਲੀ ਦੇ ਲੋਕ ਆਪਸ ਵਿੱਚ ਮਿਲ ਕੇ ਸੰਗਤਾਂ ਨੂੰ ਗੁੰਮਰਾਹ ਕਰਨ ਦੀ ਗੱਲ ਕਰ ਰਹੇ ਹੈ ਔਰ ਇਹ ਰਲੇਵਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਔਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦਾ ਆਪਸ ਵਿੱਚ ਹੋਣ ਜਾ ਰਿਹਾ ਹੈ। ਉਹਦੇ ਪਿੱਛੇ ਕੀ ਮਨਸੂਬੇ ਨੇ, ਕੀ ਉਹਨਾਂ ਦੀਆਂ ਡੀਲਾਂ ਨੇ, ਸਾਰੀਆਂ ਜਨਤਕ ਕੀਤੀਆਂ ਸੀ ਔਰ ਅੱਜ ਉਹ ਗੱਲ ਬਿਲਕੁਲ ਸਪਸ਼ਟ ਹੋਈ ਸੰਗਤਾਂ ਦੇ ਸਾਹਮਣੇ ਕਿ ਕੱਲ ਕਿਸ ਤਰੀਕੇ ਦੇ ਨਾਲ ਪੰਥਕ ਇਕੱਠ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ, ਪੰਥਕ ਮੇਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਹੜਾ ਸਪਸ਼ਟ ਸਾਰੀ ਦੁਨੀਆ ਨੇ ਦੇਖਿਆ
ਕਿ ਦੋ ਪਰਿਵਾਰਾਂ ਦਾ ਆਪਸ ਵਿੱਚ ਮਿਲਣ ਹੋਇਆ। ਦੋ ਪਰਿਵਾਰ, ਭਾਵੇਂ ਉਹ ਸਰਨਾ ਸਾਹਿਬ ਦਾ ਹੋਵੇ ਤੇ ਭਾਵੇਂ ਉਹ ਬਾਦਲ ਸਾਹਿਬ ਦਾ ਹੋਵੇ, ਇਸ ਪਰਿਵਾਰਾਂ ਦੇ ਮੇਲ ਨੂੰ ਇੱਕ ਪੰਥਕ ਕਨਵੈਨਸ਼ਨ ਦੇਣ ਦਾ ਰੂਪ ਦਿੱਤਾ ਗਿਆ। ਪੰਥਕ ਇਕੱਤਰਤਾ ਦੇ ਨਾਮ ਦੇ ਉੱਤੇ ਇਹ ਇਕੱਠ ਕਰਨ ਦੀ ਕੋਸ਼ਿਸ਼ ਕੀਤੀ ਗਈ। ਮੈਂ ਸੰਗਤਾਂ ਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਪੰਥਕ ਮੇਲ ਅਕਾਲੀ ਦਲ ਜਿਹੜੀ ਸ਼ਹੀਦਾਂ ਦੀ ਜਥੇਬੰਦੀ ਹੈ, ਇਹ ਮੇਲੇ ਉਹ ਧਰਤੀਆਂ ਦੇ ਉੱਤੇ ਲਾਉਂਦੇ ਸੀ ਜਿੱਥੇ ਵੱਡੇ ਵੱਡੇ ਜੋੜ ਮੇਲੇ ਲੱਗਦੇ ਆ। ਜੇ ਅਸੀਂ ਬਾਬਾ ਬਕਾਲੇ ਦੀ ਗੱਲ ਕਰੀਏ, ਮੋਗੇ ਦੇ ਮੈਦਾਨਾਂ ਦੇ ਵਿੱਚ ਗੱਲ ਕਰੀਏ, ਇਹ ਇੱਥੇ ਲੱਗਦੇ ਹੁੰਦੇ ਸੀ ਇਹ ਮੇਲੇ। ਮਗਰ ਅੱਜ ਇੱਕ ਪਰਿਵਾਰ ਦੀ ਕੋਠੀ ਦੇ ਵਿੱਚ ਚੰਦ ਬੰਦੇ ਇਕੱਠੇ ਕਰਕੇ ਉਹਨੂੰ ਪੰਥਕ ਕਨਵੈਨਸ਼ਨ, ਪੰਥਕ ਮੇਲ ਦਾ ਜਿਹੜਾ ਕੰਮ ਕੀਤਾ, ਮੈਂ ਸਮਝਦਾ ਕਿ ਅੱਜ ਅਕਾਲੀ ਦਲ ਦੇ ਵਾਸਤੇ ਬੜੀ ਵੱਡੀ ਨਮੋਸ਼ੀ ਦੀ ਗੱਲ ਹੈ ਜਿਹੜੀ ਉਹਨਾਂ ਨੇ ਕੱਲ ਕੀਤੀ ਹੈ। ਔਰ ਜਿਸ ਤਰੀਕੇ ਦੇ ਨਾਲ ਸਾਡੀ ਗੱਲ ਉਠਾਉਣ ਤੋਂ ਬਾਅਦ ਬੜੇ ਤਰਲੋ ਮੱਛੀ ਹੋਈ ਸੀ ਸਰਨਾ ਸਾਹਿਬ, ਦੂਜੇ ਭਰਾ ਨੇ ਵੀ ਕਿਹਾ ਸੀ ਕਿ ਗੱਲੇ 'ਚ ਪਾਲਾ ਬਣ ਕੇ ਆ ਜਾਓ। ਅੱਜ ਤੁਹਾਡੇ ਸਾਹਮਣੇ ਹੈ ਕਿ ਉਹ ਪਰਿਵਾਰ ਜਿਹੜੇ ਆਪਸ ਵਿੱਚ ਇੱਕ ਦੂਜੇ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ, ਬਾਦਲ ਦਲ ਜਿਹੜਾ ਉਹ ਸਰਨਾ ਸਾਹਿਬ ਦੇ ਫੈਕਟਰੀਆਂ ਜਿਹੜੀਆਂ ਪਰਿਵਾਰ ਦੀਆਂ ਜਿਨ੍ਹਾਂ ਦੇ ਵਿੱਚ ਸ਼ਰਾਬਬੰਦੀ ਹੈ, ਉਹਨਾਂ ਦੇ ਵਿੱਚ ਜਿੱਥੇ ਉਹਨਾਂ ਨੂੰ ਬੰਦ ਕਰਾਉਣ ਵਾਸਤੇ ਸਮੂਚਾ ਅਕਾਲੀ ਦਲ ਲੈ ਕੇ ਧਰਨੇ ਦਿੰਦੇ ਰਿਹਾ। ਔਰ ਸਰਨਾ ਸਾਹਿਬ ਦਿੱਲੀ ਦੇ ਵਿੱਚ ਬੈਠੇ ਹੋਏ ਬਾਦਲ ਪਰਿਵਾਰ ਨੂੰ ਕਿਸ ਤਰੀਕੇ ਦੇ ਨਾਲ ਨਸ਼ੇ ਦਾ ਵਪਾਰੀ ਕਹਿੰਦੇ ਰਿਹਾ। ਅੱਜ ਤੁਹਾਡੇ ਸਾਹਮਣੇ ਕਿ ਦੋਨੋਂ ਇੱਕ ਦੂਜੇ ਦੇ ਪਰਦੇ ਢੱਕਣ ਵਾਸਤੇ ਇਸ ਗੱਲ ਦੇ ਉੱਤੇ ਇਕੱਠੇ ਹੋਏ ਆ ਕਿ ਨਾ ਤੂੰ ਸਾਡੇ ਬਾਰੇ ਗੱਲ ਕਰੀ ਔਰ ਨਾ ਅਸੀਂ ਤੇਰੇ ਬਾਰੇ ਗੱਲ ਕਰਾਂਗੇ। ਅੱਜ ਆਪਣੀ ਪਾਰਟੀ ਜਿਹੜੀ 24 ਸਾਲ ਪਹਿਲੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌੜਾ ਉਹਨਾਂ ਨੇ ਸ਼ੁਰੂ ਕਰਵਾਈ ਸੀ ਦਿੱਲੀ ਦੇ ਵਿੱਚ, ਉਹਨੂੰ ਖਤਮ ਕਰ ਦੇਣਾ ਮੈਂ ਸਮਝਦਾ ਕਿ ਇਸ ਤੋਂ ਵੱਡੀ ਨਮੋਸ਼ੀ ਔਰ ਇਸ ਤੋਂ ਵੱਡੀ ਮੈਂ ਕਹਿ ਸਕਦਾ ਕਿ ਜਿਹੜੇ ਸੰਗਤ ਨਾਲ ਧਰੋਹ ਇਹ ਕੋਈ ਨਹੀਂ ਕਮਾ ਸਕਦਾ ਜੋ ਕੱਲ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਕਮਾਇਆ। ਔਰ ਆਪਣੇ ਤੇ ਨਾਲ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਬਾਰੇ ਉਹਨਾਂ ਨੇ ਗੱਲਾਂ ਉੱਥੇ ਕੀਤੀਆਂ, ਮੈਂ ਸਮਝਦਾ ਕਿ ਕਿੰਨੀ ਹਾਸੋਹੀਣ ਗੱਲ ਕੀਤੀ ਹੈ, ਕਿੰਨੇ ਕੁ ਆਪਣੇ ਆਪ ਨੂੰ ਅਹੰਕਾਰੀ ਕਰਨ ਵਾਲੀਆਂ ਗੱਲਾਂ ਕੀਤੀਆਂ ਜਿਹਦੇ ਨਾਲ ਸਮੂਚਾ ਪੰਥ ਅੱਜ ਇਹਨਾਂ ਕੋਲੋਂ ਸਵਾਲ ਪੁੱਛਦਾ ਹੈ। ਕਿਉਂਕਿ ਇੱਕ ਦੂਜੇ ਦੇ ਸੁਹੇਲੇ ਗਾਉਂਦੇ ਅਸਲੀਅਤਾਂ ਬਿਆਨ ਕਰਦੇ ਰਹਿ ਗਏ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਸਪਸ਼ਟ ਗੱਲ ਕੀਤੀ ਕਿ ਸਰਦਾਰ ਪਰਮਜੀਤ ਸਿੰਘ ਸਰਨਾ ਵਰਗੇ ਬੰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਵਾਸਤੇ ਪੰਜਾਬ 'ਚ ਵੀ ਆਏ। ਔਰ ਤੁਹਾਡੇ ਸਾਹਮਣੇ ਕਿ 40 ਤੋਂ ਵੱਧ ਸੀਟਾਂ ਦੇ ਉੱਤੇ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਉੱਥੇ ਬੰਦੇ ਇਕੱਠੇ ਕੀਤੇ ਔਰ ਉਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ। ਇਹ ਮੈਂ ਗੱਲ ਨਹੀਂ ਕਰ ਰਿਹਾ, ਕੱਲ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਖੁਦ ਕਹਿ ਕੇ ਗਏ ਕਿ ਇਹ ਸਾਡੇ ਖਿਲਾਫ ਜਿਹੜੇ ਵੀ ਇਲੈਕਸ਼ਨਾਂ ਲੜੀਆਂ ਉਹਨਾਂ ਦਾ ਜ਼ਮਾਨਤਾਂ ਜ਼ਬਤ ਹੋਈ ਹੈ ਔਰ ਉਹਨਾਂ ਦਾ ਸਿੱਧਾ ਨਿਸ਼ਾਨਾ ਸਰਦਾਰ ਪਰਮਜੀਤ ਸਿੰਘ ਸਰਨਾ ਦੇ ਉੱਤੇ ਸੀ। ਦੂਜੇ ਪਾਸੇ ਸਰਦਾਰ ਪਰਮਜੀਤ ਸਿੰਘ ਸਰਨਾ ਆਪਣੇ ਬਿਆਨਾਂ ਦੇ ਵਿੱਚ ਕਹਿ ਰਹੇ ਨੇ ਕਿ ਇਹ ਅਕਾਲੀ ਦਲ ਜਿਹਨੇ ਬੜੀ ਵੱਡੀਆਂ ਕੁਰਬਾਨੀਆਂ ਕੀਤੀਆਂ ਮਗਰ ਉਸ ਕੁਰਬਾਨੀਆਂ ਨੂੰ ਲੁੱਟਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ, ਉਹਨੂੰ ਵਰਤਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ। ਸੋ ਮੈਂ ਸਮਝਦਾ ਜਿਹੜੀ ਆ ਦਿਲ ਦੀਆਂ ਅੰਦਰੋਂ ਗੱਲਾਂ ਇਹਨਾਂ ਦੇ ਵਿੱਚੋਂ ਨਿਕਲ ਰਹੀਆਂ ਸੀ, ਇਹ ਕੱਲ ਜੱਗ ਜ਼ਾਹਿਰ ਹੋਈ ਹੈ। ਪੰਥ ਦੇ ਨਾਮ ਦੇ ਉੱਤੇ ਨੇ ਇਕੱਤਰਤਾ ਜ਼ਰੂਰ ਕੀਤੀ ਹੈ ਮਗਰ ਦਿਲ ਦੇ ਵਲਵਲੇ ਜਿੱਥੇ ਉਹ ਕੱਢਦੇ ਰਹੇ ਆ, ਨਾਲ ਹੀ ਉਹਨਾਂ ਨੇ ਇੱਕ ਦੂਜੇ ਦੇ ਉੱਤੇ ਇਸ ਗੱਲ ਦੇ ਉੱਤੇ ਭਰੋਸਾ ਦਿਵਾਇਆ ਕਿ ਸਰਦਾਰ ਪਰਮਜੀਤ ਸਿੰਘ ਸਰਨਾ ਹੁਣ ਦਿੱਲੀ ਦੀ ਕਮਾਨ ਸੰਭਾਲਣਗੇ। ਮੈਂ ਇਹ ਗੱਲ ਪੁੱਛਣਾ ਚਾਹੁੰਦਾ, ਬਾਦਲ ਸਾਹਿਬ ਜਵਾਬ ਦੇ ਦੇਣ, ਸਰਨਾ ਸਾਹਿਬ ਜਵਾਬ ਦੇ ਦੇਣ ਕਿ ਜਿਹੜੇ ਮੁੱਦਿਆਂ ਦੇ ਉੱਤੇ ਕੌਮ ਨੂੰ ਤੁਸੀਂ ਲੜਾਉਂਦੇ ਰਹੇ ਹੋ, ਸਰਨਾ ਸਾਹਿਬ ਦਿੱਲੀ ਦੇ ਵਿੱਚ 2-2 ਗੁਰਪੁਰਬ, 2-2 ਸੰਗਰਾਂਦਾਂ ਅਕਾਲ ਤਖਤ ਸਾਹਿਬ ਤੋਂ ਬਿਲਕੁਲ ਉਲਟ ਚੱਲ ਕੇ ਉਹਨਾਂ ਨੇ ਇਹ ਮਨਾਈ ਆ। ਅੱਜ ਸਰਨਾ ਸਾਹਿਬ ਇਸ ਗੱਲ ਦਾ ਜਵਾਬ ਸੰਗਤ ਨੂੰ ਦੇਣ ਕਿ ਅੱਜ ਉਹ ਪਾਲ ਸਿੰਘ ਪੁਰੇਵਾਲ ਵੱਲੋਂ ਬਣਾਇਆ ਗਿਆ ਉਸ ਕੈਲੰਡਰ ਦੇ ਨਾਲ ਚੱਲਣਗੇ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਕੀਤੇ ਜਾਂਦੇ ਉਸ ਕੈਲੰਡਰ ਦੇ ਉੱਤੇ ਚੱਲਣਗੇ। ਇਹ ਸੰਗਤ ਇਹਨਾਂ ਤੋਂ ਜਵਾਬ ਮੰਗ ਰਹੀ ਹੈ। ਜਿਹੜੀ ਹਰਿਆਣਾ ਕਮੇਟੀ ਨੂੰ ਤੁਸੀਂ ਅੱਡ ਕਰਨ ਦੀ ਗੱਲ ਕੀਤੀ ਸੀ, ਉਸ ਵਕਤ ਦੇ ਮੁੱਖ ਮੰਤਰੀ ਭੁਪਿੰਦਰ ਹੁੱਡਾ ਕੋਲੋਂ ਜਾ ਕੇ ਤੁਸੀਂ ਇਹ ਹਰਿਆਣਾ ਕਮੇਟੀ ਵੱਖ ਕਰਾਈ। ਅੱਜ ਤੁਸੀਂ ਹਰਿਆਣਾ ਕਮੇਟੀ ਦੇ ਵੱਖ ਹੋਣ ਦੇ ਸਟੈਂਡ ਦੇ ਉੱਤੇ ਤੁਹਾਡਾ ਕੀ ਸਟੈਂਡ ਹੈ? ਔਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੱਸਣ ਕਿ ਅਸੀਂ ਜਿਹੜੀਆਂ ਸੁਪਰੀਮ ਕੋਰਟ ਦੇ ਖਿਲਾਫ ਰੈਲੀਆਂ ਕੱਢ ਕੇ ਅਕਾਲ ਤਖਤ ਸਾਹਿਬ ਤੇ ਜਾ ਰਹੇ ਹਾਂ, ਕਿਆ ਅੱਜ ਹਰਿਆਣਾ ਕਮੇਟੀ ਦੇ ਵਿੱਚ ਸਰਨਾ ਸਾਹਿਬ ਵਰਗੇ ਹਮਾਇਤੀਆਂ ਨੂੰ ਤੁਸੀਂ ਨਾਲ ਲੈ ਕੇ ਤੁਹਾਡਾ ਕੀ ਸਪਸ਼ਟੀਕਰਨ ਹੈ? ਇਹ ਵੀ ਸੰਗਤ ਜਾਣਨਾ ਚਾਹੁੰਦੀ ਹੈ ਕਿਉਂਕਿ ਇਹੋ ਜਿਹੇ ਕਈ ਸਵਾਲਾਤ ਨੇ ਜਿਹੜੇ ਪਿਛਲੇ 24 ਸਾਲਾਂ ਦੇ ਵਿੱਚ ਤੁਸੀਂ ਕੌਮ ਦੇ ਲਈ ਖੜੇ ਕੀਤੇ ਇੱਕ ਦੂਜਿਆਂ ਨੇ। ਮੈਂ ਸੰਗਤਾਂ ਦੇ ਵੱਲੋਂ ਵੀ ਤੁਹਾਨੂੰ ਪੁੱਛਣਾ ਚਾਹੁੰਦਾ ਕਿਉਂਕਿ ਤੁਸੀਂ ਬਹੁਤ ਇਲਜ਼ਾਮ ਇੱਕ ਦੂਜੇ ਤੇ ਲਾਉਣ ਦੀਆਂ ਗੱਲਾਂ ਕਰਦੇ ਹੋ, ਇੱਕ ਦੂਜੇ ਨੂੰ ਤੁਸੀਂ
ਪਿਛਲੇ ਸਮੇਂ ਦੇ ਵਿੱਚ ਪੰਥ ਦਾ ਦੋਖੀ ਗਿਆ। ਔਰ ਸਰਨਾ ਸਾਹਿਬ ਨੇ ਕੱਲ ਬੜੇ ਹਾਸੋਹੀਣ ਗੱਲ ਕੀਤੀ ਹੈ ਕਿ ਜਿਹੜੀ ਕਲੀਅਰੈਂਸ ਦੇਣ ਦੀ ਗੱਲ ਕੀਤੀ ਹੈ ਬਾਦਲ ਪਰਿਵਾਰ ਨੂੰ 328 ਸਰੂਪਾਂ ਦੇ ਮਾਮਲੇ ਵਿੱਚ, ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਕਮੇਟੀ ਬਾਰੇ ਉਹਨਾਂ ਨੇ ਗੱਲ ਕੀਤੀ ਕਿ 328 ਸਰੂਪ ਮਹਾਰਾਜ ਦੇ ਉਹ ਇੱਕ ਕਲੈਰੀਕਲ ਮਿਸਟੇਕ ਸੀ ਔਰ ਇਹ ਸੰਗਤ ਨੂੰ ਦੱਸ ਦੇਣਾ ਚਾਹੀਦਾ ਹੈ। ਕਿਆ ਸਰਨਾ ਸਾਹਿਬ ਤੁਹਾਨੂੰ ਇਹ ਕਲੈਰੀਫਿਕੇਸ਼ਨ ਬੰਦ ਕਮਰੇ ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਦਿੱਤੀ ਹੈ? ਕਿਉਂਕਿ ਚੰਦ ਮਹੀਨੇ ਪਹਿਲੇ ਜਦ ਤੁਸੀਂ ਦਿੱਲੀ ਦੀ ਸੜਕਾਂ ਦੇ ਉੱਤੇ ਇਲੈਕਸ਼ਨਾਂ ਲੜ ਰਹੇ ਸੀ, ਤੁਹਾਡਾ ਮੇਨ ਮੁੱਦਾ ਹੀ ਬਰਗਾੜੀ ਦਾ ਕਾਂਡ, ਬਰਗਾੜੀ ਦੇ ਵਿੱਚ ਹੋਈ ਬੇਦਬੀ ਔਰ 328 ਸਰੂਪਾਂ ਦੀ ਹੋਈ ਚੋਰੀ ਦੇ ਮਾਮਲੇ ਸੀ। ਕੱਲ ਤੁਸੀਂ ਬੜੇ ਹਾਸੋਹੀਣ ਤਰੀਕੇ ਨੇ ਕਹਿਤਾ ਕਿ ਇਹ ਕਲੈਰੀਕਲ ਮਿਸਟੇਕ ਸੀ। ਸੋ ਮੈਂ ਸਮਝਦਾ ਕਿ ਜੇ ਪੰਥ ਬਹੁਤ ਤੁਹਾਡੇ ਕੋਲੋਂ ਇਹ ਸਵਾਲਾਤ ਪੁੱਛਣਾ ਚਾਹੁੰਦਾ ਹੈ ਕਿ ਬਈ ਤੁਸੀਂ ਲੋਕਾਂ ਨੇ ਆਪਣੇ ਮੁਫਾਦ ਵਸੇ, ਕਿਉਂਕਿ ਹਮੇਸ਼ਾ ਤੋਂ ਪ੍ਰਥਾ ਰਹੀ ਹੈ, ਤੁਸੀਂ ਆਪਣੇ ਮੁਫਾਦ ਵਸੇ ਹਮੇਸ਼ਾ ਵਰਤਿਆ, ਅਕਾਲੀ ਦਲਾਂ ਨੂੰ ਵਰਤਿਆ, ਪਾਰਟੀਆਂ ਨੂੰ ਵਰਤਿਆ। ਔਰ ਜਿਹੜੀ ਗੱਲ ਤੁਸੀਂ ਬਾਰ-ਬਾਰ ਆਪਣੇ ਇੱਕ ਇੰਟਰਵਿਊ 'ਚ ਵੀ ਕਹੀ ਔਰ ਕੱਲ ਵੀ ਤੁਸੀਂ ਕਿਹਾ ਕਿ ਕੋਈ ਮਾਈ ਦਾ ਲਾਲ ਧਰਤੀ ਤੇ ਜੰਮਿਆ ਨਹੀਂ ਜਿਹੜਾ ਕਹਿ ਸਕੇ ਕਿ ਮੈਂ 1 ਰੁਪਏ ਦੀ ਰਫਾਦਾਰੀ ਮੇਰੇ ਤੇ ਕੱਢ ਸਕੇ। ਸੋ ਮੈਂ ਅੱਜ ਤੁਹਾਨੂੰ ਤੁਹਾਡੀਆਂ ਉਹ ਗੱਲਾਂ ਵੀ ਜਗ ਜ਼ਾਹਿਰ ਕਰਨ ਵਾਸਤੇ ਇਕੱਠੇ ਹੋਇਆ ਕਿ ਯਾਦ ਕਰੋ ਸੰਤ ਲੌਂਗੋਵਾਲ ਜਿਸ ਵਕਤ ਅਕਾਲੀ ਦਲ ਦੇ ਪ੍ਰਧਾਨ ਸੀ, ਤੁਹਾਡੇ ਘਰ ਜਿਸ ਵਕਤ ਇਨਕਮ ਟੈਕਸ ਦੀ ਰੇਡ ਪਈ, ਚਿੱਠੀ ਹੈ ਸੰਤ ਲੌਂਗੋਵਾਲ ਦੀ ਜਿਹੜੀ ਤੁਸੀਂ ਇਨਕਮ ਟੈਕਸ ਡਿਪਾਰਟਮੈਂਟ ਦੇ ਵਿੱਚ ਲਗਵਾਈ ਕਿ ਅਕਾਲੀ ਦਲ ਦਾ ਪੈਸਾ ਮੇਰੇ ਘਰ ਪਿਆ ਸੀ ਔਰ ਮੈਂ ਉਹਦੀ ਵਰਤੋਂ ਕੀਤੀ ਹੈ। ਇਹ ਤੁਸੀਂ ਚਿੱਠੀ ਇਨਕਮ ਟੈਕਸ ਡਿਪਾਰਟਮੈਂਟ ਦੇ ਵਿੱਚ ਲਗਾਈ ਕਿ ਨਹੀਂ ਲਗਾਈ? ਉਸ ਤੋਂ ਬਾਅਦ ਸਰਦਾਰ ਸੁਰਜੀਤ ਸਿੰਘ ਜੀ ਬਰਨਾਲਾ ਸਾਹਿਬ ਜਿਸ ਵਕਤ ਪ੍ਰਧਾਨ ਬਣੇ, ਚੀਫ ਮਿਨਿਸਟਰ ਬਣੇ ਪੰਜਾਬ ਦੇ, ਤੁਸੀਂ ਉਹ ਲੁਧਿਆਣੇ ਦੇ ਵਿੱਚ ਫੂਡ ਪ੍ਰੋਸੈਸਿੰਗ ਯੂਨਿਟ ਲਗਵਾਇਆ ਕਿ ਨਹੀਂ ਲਗਵਾਇਆ? ਉਹਨਾਂ ਕੋਲ ਜਿਹੜਾ ਪ੍ਰੋਹਿਬਿਟਡ ਸੀ, ਜਿਹਦੀ ਮਾਨਤਾ ਨਹੀਂ ਮਿਲ ਸਕਦੀ, ਮੈਂ ਦੁਬਾਰਾ ਬੋਲ ਰਿਹਾ, ਜਿਹੜਾ ਪ੍ਰੋਹਿਬਿਟਡ ਯੂਨਿਟ ਸਰਕਾਰ ਵੱਲੋਂ ਸੀ, ਤੁਸੀਂ ਉਹਨੂੰ ਚੀਫ ਮਿਨਿਸਟਰ ਬਰਨਾਲਾ ਸਾਹਿਬ ਕੋਲੋਂ ਉਹ ਲਗਵਾਇਆ ਕਿ ਨਹੀਂ ਲਗਵਾਇਆ? ਔਰ ਸਬਸਿਡਾਈਜ਼ ਰੇਟਾਂ ਦੇ ਲਗਵਾਉਣ ਤੋਂ ਬਾਅਦ ਤੁਸੀਂ ਜਿਸ ਵਕਤ ਅਗਲੀ ਵਾਰ ਬਾਦਲ ਸਾਹਿਬ ਦੀ ਸਰਕਾਰ ਆਉਂਦੀ ਹੈ ਤੇ ਤੁਸੀਂ ਉਹਨੂੰ ਸਿੱਖ ਯੂਨਿਟ ਡਿਕਲੇਅਰ ਕਰਾ ਕੇ ਤੁਸੀਂ ਉਹਦਾ ਮੁਆਵਜ਼ਾ ਲੈ ਕੇ ਉਹਦਾ ਪੈਸਾ ਹੜਪ ਗਏ। ਇਹ ਤੁਸੀਂ ਅਕਾਲੀ ਦਲਾਂ ਕੋਲ ਫਾਇਦੇ ਲੈ ਕੇ ਨਹੀਂ ਲਏ। ਉਸ ਤੋਂ ਬਾਅਦ ਤੁਹਾਡਾ ਵਾਸ ਚੱਲਿਆ ਜਿਸ ਵਕਤ ਤੁਸੀਂ ਕਾਂਗਰਸ ਦੀ ਝੋਲੀ ਬਹਿ ਗਏ, ਜਿਸ ਵਕਤ ਕਾਂਗਰਸ ਨੇ ਤੁਹਾਨੂੰ ਕਿਹਾ ਕਿ ਤੁਸੀਂ ਦਿੱਲੀ ਦੀ ਨੁਮਾਇੰਦਗੀ ਕਰ ਰਹੇ ਹੋ, 1984 ਦੇ ਕਾਤਲਾਂ ਨੂੰ ਹੁਣ ਕਲੀਨ ਚਿੱਟ ਤੁਸੀਂ ਦੇਣੀ ਸ਼ੁਰੂ ਕਰੋ। ਤੁਸੀਂ ਉਸ ਤੋਂ ਬਾਅਦ ਹਰਿਆਣਾ ਦੇ ਚੀਫ ਮਿਨਿਸਟਰ ਨਾਲ ਮਿਲ ਕੇ ਜਿਹੜੀ ਕਮੇਟੀ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜ਼ਮੀਨ ਦੇਣ ਦੀ ਆਫਰ ਹੋਈ ਸੀ, ਉਹਦੇ ਉੱਤੇ ਤੁਸੀਂ ਜਾ ਕੇ ਕੁੰਡਲੀ ਦੇ ਬਾਰਡਰ ਦੇ ਉੱਤੇ ਜਿਹੜਾ ਆਪਣਾ ਕਾਲਜ ਬਣਾਇਆ, ਜਿਹੜਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਣਨਾ ਚਾਹੀਦਾ ਸੀ, ਕਿਆ ਤੁਸੀਂ ਉਹ ਜ਼ਮੀਨ ਸਬਸਿਡਾਈਜ਼ ਰੇਟਾਂ ਤੇ ਸਰਕਾਰਾਂ ਕੋਲ ਲੈ ਕੇ ਉਹਦੀਆਂ ਪਰਮਿਸ਼ਨਾਂ ਲਈਆਂ ਕਿ ਨਹੀਂ ਲਈਆਂ? ਉਸ ਤੋਂ ਬਾਅਦ ਅਗਲੀ ਗਿਣਤੀ ਜਿਹੜੀ ਜਿਸ ਵਕਤ ਸ਼ੀਲਾ ਦੀਕਸ਼ਿਤ ਜੀ ਨਾਲ ਤੁਹਾਡੀਆਂ ਨੇੜਤਾ ਹੋ ਜਾਂਦੀ ਹੈ, ਤੁਸੀਂ ਦਿੱਲੀ ਦੇ ਵਿੱਚ ਜਿਹੜੀਆਂ ਕਲਸਟਰ ਬੱਸਿਸ ਸ਼ੁਰੂ ਹੋਈਆਂ ਔਰੇਂਜ ਵਾਲੀਆਂ, ਕਿਆ ਤੁਹਾਡੇ ਪਰਿਵਾਰ ਨੇ ਉਹ ਬੱਸਾਂ ਦਾ ਠੇਕੇ ਲੈ ਕੇ ਨਹੀਂ ਲਏ? ਤੁਹਾਡੇ ਕਾਮਨਵੈਲਥ ਆਉਣ ਤੋਂ ਬਾਅਦ ਤੁਸੀਂ ਲਗਾਤਾਰ ਜਿਹੜੇ ਬੱਸ ਸਟੈਂਡਾਂ ਦੇ ਉੱਤੇ ਕਰੋੜਾਂ ਰੁਪਏ ਦੇ ਤੁਸੀਂ ਜਿਹੜੇ ਕਰੋੜਾਂ ਨਹੀਂ ਸੈਂਕੜੋ ਕਰੋੜ ਦੇ ਤੁਸੀਂ ਜਿਹੜੇ ਠੇਕੇ ਲਏ ਆ ਸਟੇਨਲੈਸ ਸਟੀਲ ਦੇ, ਇਸ ਕੌਮ ਨੂੰ ਵਰਤ ਕੇ ਲੈਣੇ ਤੁਹਾਡੀ ਆਪਣੀਆਂ ਕਾਬਲੀਅਤਾਂ ਹੁੰਦੀਆਂ ਤੇ ਤੁਸੀਂ ਆਪਣੇ ਵਪਾਰ ਜਿਸ ਤਰੀਕੇ ਦੇ ਨਾਲ ਕਰਦੇ ਸੀ ਢੰਗ ਦੇ ਤਰੀਕੇ ਨਾਲ ਕਰਦੇ ਰਹਿੰਦੇ, ਮਗਰ ਤੁਸੀਂ ਕੌਮ ਨੂੰ ਵੇਚ ਕੇ, ਕਿਉਂਕਿ ਉਹਨਾਂ ਦੀ ਜ਼ਬਾਨ ਤੁਸੀਂ ਬੋਲਦੇ ਸੀ ਔਰ ਤੁਸੀਂ ਸਟੇਜਾਂ ਦੇ ਉੱਤੇ ਸੀ ਰਕਾਬਗੰਜ ਸਾਹਿਬ ਦੀ ਜਿੱਥੇ ਤੁਹਾਡੇ ਭਰਾ ਬੜਾ ਹਰਵਿੰਦਰ ਸਿੰਘ ਸਰਨਾ ਉਸ ਦਿਨ ਗੱਲ ਕਰ ਰਹੇ ਸੀ, ਬੜਾ ਪਵਿੱਤਰ ਸਥਾਨ ਹੈ, ਉਸੇ ਸਥਾਨ ਦੇ ਉੱਤੇ ਖੜੇ ਹੋ ਕੇ ਤੁਸੀਂ ਇਹ ਸਪੀਚਾਂ 'ਚ ਕਿਹਾ ਕਿ 1984 ਨੂੰ ਹੁਣ ਭੁੱਲ ਜਾਓ, ਕਿਉਂਕਿ ਤੁਹਾਨੂੰ ਆਦੇਸ਼ ਹੁੰਦਾ ਸੀ ਪਿੱਛੋਂ, ਕਿਉਂਕਿ ਕਾਂਗਰਸ ਤੁਹਾਨੂੰ ਕਹਿੰਦੀ ਸੀ ਕਿ ਇਹ ਜਿਹੜੇ ਆਦੇਸ਼ ਤੁਹਾਨੂੰ ਦਿੱਤੇ ਜਾ ਰਹੇ ਨੇ ਤੁਸੀਂ ਸਟੇਜਾਂ ਤੇ ਬੋਲਨੇ ਨੇ ਔਰ 1984 ਦੇ ਉਹਨਾਂ ਕਾਤਲਾਂ ਨੂੰ ਤੁਸੀਂ ਬੁਲਾ ਕੇ ਇੱਥੇ ਸਟੇਜਾਂ ਦੇ ਉੱਤੇ ਸਰੋਪੇ ਪਾਏ। ਸੋ ਸਰਨਾ ਸਾਹਿਬ ਇਹ ਜਿਹੜੇ ਤੁਹਾਡੇ ਤੇ ਇਲਜ਼ਾਮ ਕਈ ਸਮੇਂ ਤੋਂ ਲੱਗਦੇ ਆ ਰਹੇ ਆ, ਮੈਂ ਹਾਲੇ ਗੁਰਦੁਆਰਿਆਂ ਦੀਆਂ ਜਾਇਦਾਦਾਂ ਦੀ ਖੁਰਦ-ਫੁਰਦ ਜਿਹੜੇ ਤੁਹਾਡੇ ਦੇ ਉੱਤੇ ਸਰਦਾਰ ਮਨਜੀਤ ਸਿੰਘ ਜੀਕੇ ਨੇ ਵੀ ਇਲਜ਼ਾਮ ਲਾਏ ਸੀ ਹਸਪੀਟਲ ਵਿੱਚ ਦੇ, ਹਾਲੇ ਮੈਂ ਉਸ ਪਾਸੇ ਨਹੀਂ ਜਾ ਰਿਹਾ, ਮਗਰ ਇਹ ਜਿਹੜੇ ਤੁਸੀਂ ਪੰਥ ਨੂੰ ਵਰਤੇ, ਇਹ ਜਿਹੜੇ ਮੈਂ ਪੁਆਇੰਟ ਤੁਹਾਨੂੰ ਲਿਖ ਕੇ ਦੱਸ ਰਿਹਾ, ਇਹ ਜਿਹੜਾ ਕੌਮ ਨੂੰ ਵਰਤ ਕੇ ਤੁਸੀਂ ਆਪਣੇ ਪਰਿਵਾਰ ਨੂੰ ਅੱਗੇ ਵਧਾਇਆ, ਅੱਜ ਤੁਹਾਡੇ ਤੋਂ ਅੱਜ ਦੁਨੀਆ ਤੋਂ ਕੋਈ ਗੱਲ ਲੁਕੀ ਨਹੀਂ ਹੈ, ਇਹ ਸਾਹਮਣੇ ਵੇ। ਔਰ ਜਿਸ ਤਰੀਕੇ ਦੇ ਨਾਲ ਕੱਲ ਤੁਸੀਂ ਆਪਣੀ ਜਿਹੜੀ ਤੁਹਾਡਾ ਸੁਭਾਅ ਹੈ ਉਹਦੇ ਬਾਰੇ ਵੀ ਜਿਹੜੀ ਗੱਲ ਕੀਤੀ ਹੈ ਕਿ ਮੇਰੇ ਧੌਣ ਦੇ ਵਿੱਚ ਸਰੀ ਅੜਿਆ ਹੋਇਆ, ਤੇ ਮੈਂ ਇੱਕ ਗੱਲ ਸਪਸ਼ਟ ਕਰਨਾ ਚਾਹੁੰਦਾ ਕਿ ਜਿਹੜੇ ਕੌਮ ਦੇ ਸੇਵਾਦਾਰ ਹੁੰਦੇ ਨੇ ਉਹ ਕਦੀ ਸੁਪਨੇ 'ਚ ਵੀ ਆਪਣੇ ਧੌਣ ਦੇ ਵਿੱਚ ਸਰੀਆ ਆੜਨ ਦੀ ਗੱਲ ਨਹੀਂ ਕਰ ਸਕਦੇ, ਮਗਰ ਤੁਹਾਡੀ ਜਿਸ ਤਰੀਕੇ ਦੇ ਨਾਲ ਮੈਂ ਸਮਝਦਾ ਤੁਹਾਨੂੰ ਅਪਬ੍ਰਿੰਗਿੰਗ ਕੀਤੀ ਗਈ ਹੈ, ਤੁਹਾਡੀ ਸੋਚ ਵਿਚਾਰ ਵੀ ਇਹੋ ਜਿਹੀ ਹੈ। ਔਰ ਅੱਜ
जिस तरीके दे नाल तुसी रलेवा किया एक दूजे दे नाल अकाली दल दा और अकाली दल दिल्ली नूं तुसी खत्म करता, ਅੱਜ ਤੁਹਾਡੇ ਮੈਂਬਰ ਸਾਹਿਬਾਨ ਦੇ ਵਿੱਚ ਬੜਾ ਵੱਡਾ ਰੋਸ ਹੈ। ਸੋ ਮੈਂ ਸਮਝਦਾ ਕਿ ਤੁਸੀਂ ਲੋਕਾਂ ਨੂੰ ਇਸ ਗੱਲ ਦਾ ਸਪਸ਼ਟੀਕਰਨ ਜ਼ਰੂਰ ਦਿਵੋ ਕਿ ਜੋ ਤੁਹਾਡੇ ਤੇ ਇਲਜ਼ਾਮ ਲੱਗੇ ਨੇ ਤੁਸੀਂ ਕਿਆ ਤੁਹਾਨੂੰ ਅੱਜ ਉਹਨਾਂ ਗੱਲਾਂ ਦਾ ਜਵਾਬ ਮਿਲ ਗਿਆ, 328 ਸਰੂਪਾਂ ਦਾ ਹਿਸਾਬ ਮਿਲ ਗਿਆ ਜਿਹਨੂੰ ਤੁਸੀਂ ਕਲੈਰੀਕਲ ਮਿਸਟੇਕ ਦੱਸ ਰਹੇ ਹੋ। ਅਗਰ ਉਹ ਤੁਹਾਨੂੰ ਮਿਲ ਗਿਆ ਤਾਂ ਸਾਨੂੰ ਵੀ ਦੱਸ ਦਿਓ, ਸਾਨੂੰ ਵੀ ਤੁਸੀਂ ਕੈਮਰੇ ਦੇ ਉੱਤੇ ਆ ਕੇ ਦੱਸ ਦਿਓ ਵੀ ਕਿਸ ਤਰੀਕੇ ਦੇ ਨਾਲ 328 ਸਰੂਪ ਕਲੈਰੀਕਲ ਮਿਸਟੇਕ ਦੇ ਰਾਹੀਂ ਖਤਮ ਹੋਏ ਨੇ, किस तरीके दे नाल बरगाड़ी दे दोषियां नूं तुसीं अज क्लीयरेंस दे रहे हो, तुसीं राम रहीम नूं माफ़ी देण वालियां दे नाल गोदी 'च बैठण दी गल कर रहे हो। सो ये गल्लां अज जिहड़ियां तुसीं कल परिवार दे विच कीतियां, मैनूं कोई इहदे उत्ते किंतु परंतु करन दा हक नहीं है, मगर तुसीं जद इहनूं पंथक कन्वेंशन का नाम देंदे हो, पंथक इकट्ठ की गल करते हो, तो पंथ के सारे दर्दी है जिहड़े पंथ दर्दी ने वो तुहाडे कोलों ये सवाल पूछण दे हकदार ने कि तुसीं पंथ के बारे किहड़ी गल उत्थे कीती है कि पंथ इकट्ठा होएगा और पंथ नूं असीं करांगे। क्योंकि मैं उत्थे समझदा कि सरदार प्रेम सिंह चंदू माजरा साहब ने भी बड़ी वधिया गल कीती और बाणी की भी उन्होंने गल करते हुए कहा कि ख्वार होए सब मिलेंगे। मैं समझदा कि ये ख्वार जिहड़ा तुसीं निजी मुफावतां वसे कीता और पंथ नूं ख्वार करवाया, मैं समझदा कि ये उत्ते तुहानूं पंथ दे अगे आके माफ़ी मंगनी चाहिए है और गल दोनों भरा आके गल दे विच पल्ला बन के गुरु तेग बहादुर साहब के स्थान के उत्ते आके दे उत्ते पंथ कोलों माफ़ी मंगो। ठीक है साहब ने बड़े ही विस्तार दे नाल जो कल दो परिवारां दा मेल होया उस दे बारे जानकारी दिती है। मैं मेरे कुछ सवाल है जिहड़े सिख संगत नूं ये सवाल नोट कर लेने चाहिए है, बड़े जरूरी और बड़े अहम सवाल है, क्योंकि इस दे नाल पंथ दियां आउण वालियां जो मैं समझदा पंथ दे उत्ते जो अज बदल जो छाए हुए आ ये उस दे नाल संबंधित है और इसका जिम्मेवार कौन है ये उसे दे नाल संबंधित सारे पॉइंट है। और मैं सरदार सुखबीर सिंह बादल ते सरदार परमजीत सिंह सरना, सरदार हरविंदर सिंह सरना इन्हां दे कोलों विशेष तौर के उत्ते इन्हां सवालों का जवाब जरूर चाहांगा। सब तो पहला सवाल है कि सरना साहब ने कहा कि मैं अकाली दल दे विचों निकलिया नहीं सी, मैं अकाली दल छड्डिया नहीं सी, मैनू अकाली दल दे विचों कढ़िया गया। और कढ़िया किस करके गया कि सरदार सुखदेव सिंह ढींडसा साहब ने मैनू अकाली दल दे विचों कढ़ाया है। हुण मैं सरना साहब तुहानूं ये सवाल करना चाहना है कि 2017 की जदों पंजाब दे विच इलैक्शन हुई उस तो बाद सरदार सुखदेव सिंह ढींडसा साहब ने श्रोमणी अकाली दल तो वख हो गए। 5 साल तो वध दा समा हो गया जदों सरदार सुखदेव सिंह ढींडसा उस पार्टी दे विच नहीं सन, उस पार्टी दे नाल उनका संबंध नहीं है। तो तुसी जे सरदार सुखदेव सिंह ढींडसा ने तुहानूं कढाया सी ते पिछले 5 सालां दे विच तुसी कित्थे सी? इस दा जवाब तुहानूं देना पएगा कि पिछले 5 सालां दे विच तुहानूं क्यों ना याद आई वापस कि भी सरदार सुखदेव सिंह ढींडसा तो हुण उस पार्टी 'च नहीं है तो मैं हुण वापस जावां? ये पहला तो तुहानूं संगत नूं ये जवाब देना पएगा। मैं हर एक गल जिहड़ी लॉजिक दे नाल, टाइम दे नाल और तत्थ दे नाल गल करांगा। दूसरी जिहड़ी 328 सरूप दी जिहड़ा कि तुसी पिछले लंबे समय तो संगत दे विच बहुत वड्डा तुसी इलैक्शनां दे टाइम दे उत्ते भी प्रचार करते रहे, घर घर जाके तुसी प्रचार किया कि 328 सरूप चोरी हो गए, बादला ने 328 सरूपां दी जिहड़ी चोरी करा के उन्हां दी बेदबी हुई, बड़े वड्डे मसले तुसी बनाए। हुण तुसी छोटे जे मूँह दे नाल एक गल कह दित्ती कि एक क्लैरीकल मिसटेक है। अगर ये सरना साहब क्लैरीकल मिसटेक है तो मैं तुहानूं याद कराउणा चाहना, जे तुहाडी यादाश्त होवे कि करीब 2 साल पहलां जिहड़ी श्री अकाल तख्त साहब जथेदार साहब वालों कमेटी बनाई सी उन्होंने भी रिपोर्ट दे दी सी क्लैरीकल मिसटेक है, तो फिर तुसी उस समय क्यों ना मन्ने? फिर उस तो बाद इलैक्शनां आईयां, फिर इलैक्शनां दे विच तुहानूं वो क्लैरीकल मिसटेक जिहड़ी सी वो नज़र नहीं आई, उस वेले तुसी कित्थे सी? ये बहुत बड़ा सवाल है जिहदा तुहानूं जवाब देना पएगा और तुहानूं ये संगत नूं दसना पएगा कि हुण 328 सरूपां दा हिसाब तुसी मंगोगे
ਜੇ ਨਹੀਂ ਮੰਗੋਗੇ। ਜੇ ਨਹੀਂ ਮੰਗੋਗੇ ਤੇ ਫਿਰ ਜਿਹੜੇ ਤੁਸੀਂ ਸੰਗਤ ਨੂੰ ਭੁਲੇਖੇ ਪਾਏ ਉਹਦੇ ਵਾਸਤੇ ਤੁਹਾਨੂੰ ਪਛਤਾਪ ਵੀ ਕਰਨਾ ਪਏਗਾ ਔਰ ਤੁਹਾਨੂੰ ਸੰਗਤ ਕੋਲੋਂ ਮਾਫੀ ਵੀ ਮੰਗਣੀ ਪਏਗੀ ਕਿ ਤੁਸੀਂ ਕੂੜ ਪ੍ਰਚਾਰ ਕਰਦੇ ਰਹੇ। ਮੈਂ ਸਰਨਾ ਸਾਹਿਬ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਹੈ ਕਿ ਜਦੋਂ ਬਾਬਾ ਬਲਜੀਤ ਸਿੰਘ ਦਾਦੂਵਾਲ ਤੇ ਮੰਡ ਸਾਹਿਬ ਨੇ ਬਰਗਾੜੀ ਦਾ ਮੋਰਚਾ ਲਗਾਇਆ, ਤੁਸੀਂ ਉੱਥੇ ਸਟੇਜਾਂ ਦੇ ਉੱਤੇ ਬੜੀਆਂ ਵੱਡੀਆਂ ਬਿਆਨਬਾਜ਼ੀਆਂ ਕੀਤੀਆਂ। ਮੋਰਚਾ ਤੇ ਬਰਗਾੜੀ ਦਾ ਅੱਜ ਵੀ ਲੱਗਿਆ ਤੇ ਅੱਜ ਤੁਹਾਨੂੰ ਬਰਗਾੜੀ ਦਾ ਇਨਸਾਫ ਮਿਲ ਗਿਆ। ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਕੀਤੀ ਸੀ, ਕਿਆ ਉਹ ਆਇਡੈਂਟੀਫਾਈ ਹੋ ਗਏ, ਉਹਨਾਂ ਨੂੰ ਸਜ਼ਾਵਾਂ ਹੋ ਗਈਆਂ। ਔਰ ਜਿਹੜੇ ਬਾਈਬਲ ਕਲਾ ਦੇ ਦੋਸ਼ੀ ਸਨ, ਕਿਆ ਉਹਨਾਂ ਨੂੰ ਸਜ਼ਾਵਾਂ ਮਿਲ ਗਈਆਂ। ਉਹ ਮੋਰਚਾ ਅੱਜ ਵੀ ਉੱਥੇ ਲੱਗਾ ਹੈ, ਅੱਜ ਵੀ ਸਿੰਘ ਉੱਥੇ ਮੋਰਚੇ ਤੇ ਬੈਠੇ ਆ ਤੇ ਅੱਜ ਤੁਹਾਡੀ ਸਟੇਟਮੈਂਟ ਚੇਂਜ ਕਿਉਂ ਹੋ ਗਈ? ਇਹ ਬਹੁਤ ਵੱਡਾ ਸਵਾਲ ਹੈ ਜਿਹੜਾ ਕਿ ਤੁਸੀਂ ਆਪਣੇ ਪਿਛਲੇ 10 ਸਾਲਾਂ ਦੇ ਵਿੱਚ ਪ੍ਰਚਾਰ ਕਰਦੇ ਆਏ ਹੋ। ਇਸ ਦਾ ਜਵਾਬ ਵੀ ਤੁਹਾਨੂੰ ਸੰਗਤ ਨੂੰ ਦੇਣਾ ਪਏਗਾ। ਇੱਕ ਬਹੁਤ ਹੀ ਅਹਿਮ ਮੁੱਦਾ ਹੈ ਜਿਹੜਾ ਕਿ ਤੁਸੀਂ ਲੰਬੇ ਸਮੇਂ ਤੋਂ ਪ੍ਰਚਾਰ ਕਰਦੇ ਰਹੇ। ਤੁਸੀਂ ਪਾਕਿਸਤਾਨ ਜਾਂਦੇ ਹੋ, ਉੱਥੇ ਆਪਣੇ ਸਟੀਲ ਦੇ ਬਰਤਨਾਂ ਦਾ ਤੁਸੀਂ ਜਿਹੜਾ ਕਾਰੋਬਾਰ ਕਰਦੇ ਹੋ, ਆਰਡਰ ਲੈ ਕੇ ਆਉਂਦੇ ਹੋ ਤੇ ਨਾਲ ਹੀ ਤੁਸੀਂ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੈਲੰਡਰ ਮੁਤਾਬਕ ਜਿਹੜੀਆਂ ਡੇਟਾਂ ਫਿਕਸ ਹੁੰਦੀਆਂ, ਸ਼ਹੀਦੀ ਦਿਹਾੜਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ, ਜਿਹਦੇ 'ਚ ਸਾਰੇ ਦੁਨੀਆ ਭਰ ਦੇ ਸਿੱਖ ਜਿਹੜੇ ਆ ਉਸ ਦੇ ਮੁਤਾਬਕ ਮਨਾਉਂਦੇ ਆ, ਲੇਕਿਨ ਤੁਸੀਂ ਪਾਕਿਸਤਾਨ ਜਾ ਕੇ ਸ਼ਹੀਦੀ ਦਿਹਾੜਾ ਅਲੱਗ ਡੇਟ ਦੇ ਉੱਤੇ ਮਨਾਉਂਦੇ ਹੋ। ਉਸ ਦਾ ਜਵਾਬ ਵੀ ਹੁਣ ਸੰਗਤ ਨੂੰ ਦੇ ਦਿਓ ਕਿ ਹੁਣ ਤੁਸੀਂ ਪਾਕਿਸਤਾਨ ਜਾ ਕੇ ਜੋ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਹੋਏਗਾ ਉਹਦੇ ਮੁਤਾਬਕ ਸ਼ਹੀਦੀ ਦਿਹਾੜਾ ਮਨਾਓਗੇ ਜਾਂ ਪਾਕਿਸਤਾਨ ਜਾ ਕੇ ਤੁਸੀਂ ਆਪਣੀ ਅਲੱਗ ਡੇਟ ਦੇ ਉੱਤੇ ਉਹ ਸ਼ਹੀਦੀ ਦਿਹਾੜਾ ਮਨਾਓਗੇ। ਇਹਦਾ ਵੀ ਜਵਾਬ ਤੁਹਾਨੂੰ ਸੰਗਤ ਨੂੰ ਦੇਣਾ ਪਏਗਾ। ਮੈਂ ਇੱਕ ਹੋਰ ਬੜਾ ਜ਼ਰੂਰੀ ਜਿਹੜਾ ਸੁਮੇਧ ਸੈਣੀ ਦਾ ਇਸ਼ੂ ਹੈ, ਜਿਹੜਾ ਕਿ ਤੁਸੀਂ ਬਾਰ-ਬਾਰ ਸਟੇਜਾਂ ਦੇ ਉੱਤੇ ਚੁੱਕਦੇ ਰਹੇ ਔਰ ਤੁਸੀਂ ਹਰ ਜਗ੍ਹਾ ਦੇ ਉੱਤੇ ਸੁਮੇਧ ਸੈਣੀ ਦੀ ਸਜ਼ਾ ਦੀ ਗੱਲ ਕੀਤੀ। ਉਹ ਦੋਸ਼ੀ ਹੈ, ਉਸਨੇ ਸਿੱਖਾਂ ਦੇ ਨੌਜਵਾਨਾਂ ਦੇ ਬੱਚਿਆਂ ਦੇ ਉੱਤੇ ਜ਼ੁਲਮ ਢਾਇਆ। ਲੇਕਿਨ ਅੱਜ ਮੈਂ ਤੁਹਾਨੂੰ ਇਹ ਸਵਾਲ ਕਰਦਾ ਹੈ ਕਿ ਕਿਆ ਉਸ ਦਾ ਜਵਾਬ ਤੁਹਾਨੂੰ ਮਿਲ ਗਿਆ? ਜੇ ਤੁਹਾਨੂੰ ਉਸ ਦਾ ਜਵਾਬ ਨਹੀਂ ਮਿਲਿਆ ਤੇ ਫਿਰ ਸੰਗਤ ਦੇ ਕੋਲੋਂ ਤੁਸੀਂ ਆ ਕੇ ਮਾਫੀ ਮੰਗੋ ਕਿ ਉਦੋਂ ਤੁਸੀਂ ਜਿਹੜਾ ਪ੍ਰਚਾਰ ਕਰ ਰਹੇ ਸੀ ਉਹ ਗਲਤ ਸੀ, ਜਾਂ ਜਿਹੜਾ ਹੁਣ ਅੱਜ ਤੁਸੀਂ ਫੈਸਲਾ ਲਿਆ ਇਹ ਤੁਹਾਡਾ ਫੈਸਲਾ ਗਲਤ ਹੈ। ਇਹ ਤੁਹਾਨੂੰ ਸੰਗਤ ਦੇ ਵਿੱਚ ਆ ਕੇ ਇਸ ਦਾ ਫੈਸਲਾ ਵੀ ਤੁਹਾਨੂੰ ਸੰਗਤ ਨੂੰ ਦੱਸਣਾ ਪਏਗਾ। ਜਿਸ ਤਰ੍ਹਾਂ ਕਿ ਹੁਣੇ ਪ੍ਰਧਾਨ ਸਾਹਿਬ ਨੇ ਗੱਲ ਕੀਤੀ ਹੈ, ਇਹ ਬਹੁਤ ਵੱਡਾ ਮਸਲਾ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਗੱਲ ਕਰ ਰਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰ ਕੀਤਾ ਜਾ ਰਿਹਾ, ਜਿਹੜੀ ਕਿ ਸਿਰਮੌਰ ਜਥੇਬੰਦੀ ਹੈ ਪੰਥ ਦੀ। 2 ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ SGPC ਵੱਲੋਂ ਇੱਕ ਮਾਰਚ ਕੱਢਿਆ ਗਿਆ ਔਰ ਬੜੀ ਹੈਰਾਨੀ ਵਾਲੀ ਗੱਲ ਹੈ ਔਰ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਦੇਖਿਆ ਕਿ ਲੋਕਾਂ ਨੇ ਕਿਸ ਤਰੀਕੇ ਦੇ ਨਾਲ ਉਸ ਦੇ ਬਾਰੇ ਆਪਣੇ ਵਿਚਾਰ ਰੱਖੇ ਕਿ ਜਿਹੜਾ ਮਾਰਚ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਹੋਣਾ ਚਾਹੀਦਾ ਸੀ ਕਾਲੀਆਂ ਝੰਡੀਆਂ ਦੇ ਨਾਲ, ਔਰ ਉਹ ਜਾਣਾ ਕਿੱਥੇ ਚਾਹੀਦਾ ਸੀ? ਉਹ ਜਾਣਾ ਚਾਹੀਦਾ ਸੀ ਹਰਿਆਣਾ ਦੇ ਵੱਲ ਨੂੰ, ਹਰਿਆਣਾ ਸਰਕਾਰ ਵੱਲ ਨੂੰ, ਜਿੱਥੇ ਕਿ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚੋਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਲੱਗ ਬਣੀ। ਤੁਸੀਂ ਕੀ ਕੀਤਾ? ਤੁਸੀਂ ਉਲਟਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਕੀ ਸ਼ੋਅ ਕਰਨਾ ਚਾਹੁੰਦੇ ਹੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੇ ਫੈਸਲਾ ਲਿਆ ਸੀ, ਜੋ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਲੈ ਕੇ ਗਏ, ਤੁਹਾਡੀ ਮੱਤ ਮਾਰੀ ਗਈ ਹੈ। ਇਹ ਸੰਗਤ ਨੂੰ ਜਵਾਬ ਦਿਓ। ਹੁਣ ਇਸ ਦੇ ਉੱਤੇ ਅਹਿਮ ਫੈਸਲਾ ਜਿਹੜਾ ਹੈ ਇਹ 2014 ਦੇ ਵਿੱਚ ਆਇਆ, ਜਦੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਪਾਸ ਕੀਤਾ ਗਿਆ ਹਰਿਆਣਾ ਵਿਧਾਨ ਸਭਾ ਦੇ ਵਿੱਚ। ਉਸ ਵੇਲੇ ਹਰਿਆਣਾ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਔਰ ਸੈਂਟਰ ਦੇ ਵਿੱਚ ਵੀ ਕਾਂਗਰਸ ਦੀ ਸਰਕਾਰ ਸੀ। ਹੁੱਡਾ ਸਾਹਿਬ ਉਸ ਵੇਲੇ ਮੁੱਖ ਮੰਤਰੀ ਸੀ ਹਰਿਆਣਾ ਸਰਕਾਰ ਦੇ, ਔਰ ਸਰਨਾ ਸਾਹਿਬ ਨੇ ਵਿਸ਼ੇਸ਼ ਤੌਰ ਦੇ ਉੱਤੇ ਇੰਟਰਵੀਨ ਕਰਕੇ, ਹੁੱਡਾ ਸਾਹਿਬ ਦੇ ਨਾਲ ਇਹਨਾਂ ਦੇ ਬਹੁਤ ਚੰਗੇ ਰਿਲੇਸ਼ਨ ਸੀ, ਉਸ ਵੇਲੇ ਇਹ ਐਕਟ ਪਾਸ ਕਰਾਇਆ ਗਿਆ ਔਰ ਉਸ ਵੇਲੇ ਐਕਟ ਪਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਦਾ ਕੰਮ ਕੀਤਾ ਗਿਆ। ਹੁਣ ਇਹ ਸੁਪਰੀਮ ਕੋਰਟ ਦੇ ਵਿੱਚ ਫੈਸਲਾ ਆਇਆ ਔਰ ਸੁਪਰੀਮ ਕੋਰਟ ਦੇ ਵਿੱਚ ਕੇਸ ਕੌਣ ਲੈ ਕੇ ਗਿਆ? ਸ਼੍ਰੋਮਣੀ ਅਕਾਲੀ ਦਲ। ਅੱਜ ਦੋਸ਼ ਆਪਾਂ ਦੂਸਰਿਆਂ ਦੇ ਉੱਤੇ ਮੜਦੇ ਹਾਂ, ਲੇਕਿਨ ਅੱਜ ਤੁਹਾਨੂੰ ਆਪਣੇ ਪੀੜ੍ਹੀ ਦੇ ਥੱਲੇ ਸੋਟੀ ਮਾਰਨ ਦੀ ਲੋੜ ਹੈ ਕਿ ਇਸ ਐਕਟ ਨੂੰ ਬਣਵਾਉਣ ਵਾਲੇ ਸਰਦਾਰ ਪਰਮਜੀਤ ਸਿੰਘ ਸਰਨਾ, ਸਰਦਾਰ ਹਰਵਿੰਦਰ ਸਿੰਘ ਸਰਨਾ ਔਰ ਉਸ ਤੋਂ ਬਾਅਦ
ਅਗਰ ਇਹ ਸੈਂਟਰ ਦਾ ਆਪਾਂ ਅੱਜ ਸੈਂਟਰ ਦੀ ਗੱਲ ਕਰਦੇ ਹਾਂ ਤੇ ਉਸ ਸਮੇਂ ਸੈਂਟਰ ਦੇ ਵਿੱਚੋਂ ਇਸ ਐਕਟ ਨੂੰ, ਕਿਉਂਕਿ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਗਈ, ਸ਼੍ਰੋਮਣੀ ਅਕਾਲੀ ਦਲ ਉਸ ਦਾ ਭਾਈਵਾਲ ਸੀ, ਕਿਉਂ ਨਾ ਪਾਰਲੀਮੈਂਟ ਦੇ ਵਿੱਚ ਉਸ ਦੇ ਉੱਤੇ ਉਸ ਨੂੰ ਨਲ ਐਂਡ ਵਾਈਡ ਕੀਤਾ ਗਿਆ। ਤੁਸੀਂ ਗਏ ਸੁਪਰੀਮ ਕੋਰਟ ਦੇ ਵਿੱਚ ਤੁਸੀਂ ਖੁਦ ਗਏ ਕਿ ਸੁਪਰੀਮ ਕੋਰਟ ਨੇ ਫੈਸਲਾ ਦੇ ਦਿੱਤਾ। ਅੱਜ ਰੋਸ਼ ਕਿਸ ਚੀਜ਼ ਦਾ? ਤੁਸੀਂ ਖੁਦ ਇਸ ਜਥੇਬੰਦੀ ਨੂੰ ਤੋੜਨ ਦੇ ਵਿੱਚ ਤੁਹਾਡਾ ਦੋਨਾਂ ਦਾ ਮੁੱਖ ਤੌਰ ਦੇ ਉੱਤੇ ਹੱਕ ਹੈ। ਅੱਜ ਸੰਗਤ ਨੂੰ ਤੁਸੀਂ ਭੁਲੇਖੇ ਨਾ ਪਾਓ। ਜੋ ਤੁਸੀਂ ਜਿਸ ਤਰ੍ਹਾਂ ਦੇ ਤੁਸੀਂ ਕੰਡੇ ਬੀਜੇ ਆ, ਜਿਸ ਤਰ੍ਹਾਂ ਦੇ ਤੁਸੀਂ ਬੀਜ ਬੋਝੇ ਆ, ਉਸੇ ਤਰ੍ਹਾਂ ਦਾ ਹੀ ਅੱਜ ਤੁਹਾਨੂੰ ਫਲ ਮਿਲ ਰਿਹਾ ਹੈ। ਤੁਸੀਂ ਪੰਜਾਬ ਦੇ ਵਿੱਚ 3 ਸੀਟਾਂ ਦੇ ਉੱਤੇ ਰਹਿ ਗਏ, ਪੰਜਾਬ ਦੀ ਜਨਤਾ ਨੇ ਤੁਹਾਨੂੰ ਨਕਾਰ ਦਿੱਤਾ। ਦਿੱਲੀ ਦੇ ਵਿੱਚ ਦਿੱਲੀ ਦੀ ਸੰਗਤ ਨੇ ਸਰਨਾ ਭਰਾਵਾਂ ਨੂੰ ਨਕਾਰ ਦਿੱਤਾ। ਔਰ ਦੋਨੋਂ ਨਕਾਰੇ ਹੋਏ ਪਰਿਵਾਰ, ਮੈਂ ਕਹਾਂਗਾ ਵਪਾਰੀ ਪਰਿਵਾਰ, ਦੋਨੋਂ ਤੁਸੀਂ ਵਪਾਰ ਕਰਨ ਵਾਲੇ, ਅੱਜ ਵਪਾਰਕ ਤੌਰ ਦੇ ਉੱਤੇ ਤੁਸੀਂ ਵਪਾਰਕ ਲਾਹਾ ਲੈਣ ਵਾਸਤੇ ਇਕੱਠੇ ਹੋਏ ਹੋ ਕਿ ਅਸੀਂ ਪੰਜਾਬ ਦੇ ਵਿੱਚ ਵਪਾਰ ਕਰੀਏ, ਤੁਸੀਂ ਦਿੱਲੀ ਪਾਕਿਸਤਾਨ ਦੇ ਵਿੱਚ ਵਪਾਰ ਕਰੋ। ਇੱਕ ਦੂਸਰੇ ਦੇ ਉੱਤੇ ਅਸੀਂ ਆਪਣੇ ਇੱਕ ਦੂਜੇ ਨੂੰ ਲੱਛਣ ਨਾ ਲਗਾ ਸਕੀਏ ਔਰ ਆਪਣਾ ਕੰਮ ਕਾਰੋਬਾਰ ਕਰ ਸਕੀਏ। ਸੋ ਮੈਂ ਸਮਝਦਾ ਕਿ ਇਹ ਸੰਗਤ ਨੂੰ ਭੁਲੇਖੇ ਪਾਉਣ ਵਾਲੀ ਗੱਲ ਜਿਹੜੀ ਆ, ਇਸ ਨੂੰ ਪੰਥਕ ਮੇਲ ਦੱਸਣਾ, ਇਸ ਨੂੰ ਪੰਥਕ ਏਕਤਾ ਦੱਸਣਾ, ਇਹ ਬਹੁਤ ਵੱਡੀ ਗੱਲ ਹੈ। ਤੁਹਾਡੇ ਦੋ ਪਰਿਵਾਰਾਂ ਦੇ ਨਾਲ ਪੰਥਕ ਏਕਤਾ ਨਹੀਂ ਹੋਗੀ। ਸਾਰਾ ਪੰਥ ਜਿਹੜਾ ਅੱਜ ਚਿੰਤਾ ਦੇ ਵਿੱਚ ਹੈ ਕਿ ਜੋ ਕੁਝ ਕਰ ਰਹੇ ਹੋ, ਜੋ ਕੁਝ ਤੁਸੀਂ ਕੌਮ ਦਾ ਘਾਣ ਕੀਤਾ ਹੈ। ਸੋ ਦਿੱਲੀ ਦੀ ਸੰਗਤ ਬਖੂਬੀ ਇਸ ਗੱਲ ਨੂੰ ਪਛਾਣਦੀ ਆ ਔਰ ਤੁਹਾਨੂੰ ਸੰਗਤ ਦੀ ਹਰ ਕਚਹਿਰੀ ਦੇ ਵਿੱਚ ਹੁਣ ਜਵਾਬ ਦੇਣੇ ਪੈਣਗੇ। ਜਿਹੜੇ ਤੁਸੀਂ ਪਿਛਲੇ 15 ਸਾਲਾਂ ਤੋਂ ਜੋ ਤੁਸੀਂ ਕੁਕਰਮ ਕਰਦੇ ਆਏ ਹੋ, ਜੋ ਕੁਝ ਤੁਸੀਂ ਕਰਦੇ ਆਏ ਹੋ, ਅੱਜ ਤੁਹਾਨੂੰ ਦਿੱਲੀ ਦੀ ਸੰਗਤ ਨੂੰ ਉਹ ਜਵਾਬ ਦੇਣਾ ਪਏਗਾ।